ਹੈਲੋ ਸਟੂਡੈਂਟਸ, ਹਾਊ ਆਰ ਯੂ? ਸੋ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਬਹੁਤ ਅੱਛੀ ਪੜ੍ਹਾਈ ਕਰ ਰਹੇ ਹੋਵੋਗੇ। ਸੋ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਫਸਟ ਲੈਸਨ। ਪਰ ਇਸ ਤੋਂ ਪਹਿਲਾਂ ਕਿ ਫਸਟ ਲੈਸਨ ਸ਼ੁਰੂ ਕਰੀਏ, ਮੈਂ ਤੁਹਾਡੇ ਕੋਲ ਦੋ ਕੁਐਸਚਨਸ ਪੁੱਛਾਂਗਾ, ਠੀਕ ਹੈ? ਮੇਰਾ ਪਹਿਲਾ ਕੁਐਸਚਨ ਹੈ ਕਿ ਰਾਜ ਮਹਿਲ ਦੇ ਵਿੱਚ ਕੌਣ ਰਹਿੰਦਾ ਹੁੰਦਾ, ਠੀਕ ਹੈ? ਉਹਦਾ ਮੇਨ ਬੌਸ ਕੌਣ ਹੁੰਦਾ ਰਾਜ ਮਹਿਲ ਦਾ? ਯੈਸ, ਕਿੰਗ, ਰਾਜਾ, ਹਨਾ? ਚਲੋ, ਵੈਰੀ ਗੁੱਡ। ਸੈਕਿੰਡ ਕੁਐਸਚਨ, ਹੈਵ ਯੂ ਐਵਰ ਰੈਡ ਅ ਸਟੋਰੀ ਅਬਾਊਟ ਐਨੀ ਕਿੰਗ? ਕੀ ਤੁਸੀਂ ਕਿਸੇ ਰਾਜੇ ਦੀ ਕਹਾਣੀ ਸੁਣੀ ਹੈ? ਓਕੇ, ਮੈਨੂੰ ਪਤਾ ਕਈ ਜਣੇ ਕਹਿਣਗੇ ਅਸੀਂ ਤਾਂ ਜੀ ਬਹੁਤ ਸੁਣੀ ਹੈ, ਤੇ ਕੋਈ ਕਹਿਣਗੇ ਤਾਂ ਕੋਈ ਵੀ ਨਹੀਂ ਸੁਣੀ। ਓਕੇ, ਜੇ ਤੁਸੀਂ ਬਹੁਤ ਸੁਣੀ ਹੈ ਤੇ ਅੱਜ ਮੈਂ ਇੱਕ ਹੋਰ ਸੁਣਾਵਾਂਗਾ, ਤੇ ਜੇ ਤੁਸੀਂ ਕੋਈ ਵੀ ਨਹੀਂ ਸੁਣੀ ਤਾਂ ਵੀ ਮੈਂ ਸੁਣਾਵਾਂਗਾ। ਚਲੋ, ਆਪਾਂ ਇੱਕ ਸਟੋਰੀ ਸ਼ੁਰੂ ਕਰਦੇ ਹਾਂ ਜਿਹਦਾ ਨਾਮ ਹੈ ਦ ਕਿੰਗ ਐਂਡ ਹਿਸ ਸਨਸ, ਰਾਜਾ ਅਤੇ ਉਸ ਦੇ ਪੁੱਤਰ। ਸੋ ਕਿਉਂਕਿ ਸਟੋਰੀ ਇੰਗਲਿਸ਼ ਵਿੱਚ ਹੈ, ਸੋ ਇਹਦੇ ਵਿੱਚ ਜਿਹੜੇ ਔਖੇ ਵਰਡ ਆਣਗੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਤਾਂ ਕਿ ਜਦੋਂ ਮੈਂ ਪੜਾਵਾਂ ਤੁਹਾਨੂੰ ਉਹਨੂੰ ਪੜਨ 'ਚ ਕੋਈ ਦਿੱਕਤ ਨਾ ਆਵੇ। ਸੋ ਪਹਿਲਾ ਵਰਡ ਕਿਹੜਾ ਹੈ? ਅਨਏਬਲ। ਅਨਏਬਲ ਹੁੰਦਾ ਅਯੋਗ। ਕਿਸੇ ਕੰਮ ਨੂੰ ਕਰਨ ਦੇ ਵਿੱਚ ਅਸੀਂ ਅਨਏਬਲ ਹੋ ਜਾਂਦੇ ਆ, ਅਯੋਗ ਹੋ ਜਾਂਦੇ, ਸਾਡੇ ਕੋਲੋਂ ਕੰਮ ਹੁੰਦਾ ਹੀ ਨਹੀਂ, ਠੀਕ ਹੈ? ਉਹਨੂੰ ਆਪਾਂ ਕਹਿੰਦੇ ਆ ਅਨਏਬਲ। ਜਿੱਦਾਂ ਆਪਾਂ ਕਹੀਏ ਆਈ ਐਮ ਅਨਏਬਲ ਟੂ ਡੂ ਦਿਸ ਵਰਕ, ਮੈਂ ਇਹ ਕੰਮ ਕਰਨ ਵਿੱਚ ਅਨਏਬਲ ਹਾਂ, ਠੀਕ? ਸੈਕਿੰਡ ਹੈ ਡਿਸਾਈਡ। ਡਿਸਾਈਡ ਹੁੰਦਾ ਫੈਸਲਾ ਕਰਨਾ। ਆਈ ਡਿਸਾਈਡ ਟੂ ਗੋ ਦੇਅਰ, ਮੈਂ ਉੱਥੇ ਜਾਣ ਦਾ ਫੈਸਲਾ ਕੀਤਾ। ਟਾਸਕ। ਟਾਸਕ ਹੁੰਦਾ ਕੰਮ ਦੇ ਦੇਣਾ, ਠੀਕ ਹੈ? ਜਿਵੇਂ ਤੁਹਾਨੂੰ ਕੋਈ ਟਾਸਕ ਮਿਲ ਜਾਵੇ, ਤੁਹਾਡੇ ਟੀਚਰ ਨੇ ਤੁਹਾਨੂੰ ਟਾਸਕ ਦਿੱਤੀ, ਠੀਕ ਹੈ? ਮਾਈ ਟੀਚਰ ਗੇਵ ਮੀ ਅ ਟਾਸਕ ਟੂ ਡੂ ਦਿਸ ਵਰਕ, ਮੇਰੇ ਟੀਚਰ ਨੇ ਮੈਨੂੰ ਇੱਕ ਟਾਸਕ ਦਿੱਤਾ, ਕੰਮ ਦਿੱਤਾ ਕਿ ਉਹ ਇਹ ਵਾਲਾ ਕੰਮ ਕਰੇ। ਸਕਸੈਸਰ। ਸਕਸੈਸਰ ਹੁੰਦਾ ਉੱਤਰਾਧਿਕਾਰੀ। ਉੱਤਰਾਧਿਕਾਰੀ ਤੋਂ ਭਾਵ ਹੁੰਦਾ ਕਿ ਰਾਜੇ ਤੋਂ ਬਾਅਦ ਅਗਲਾ ਰਾਜਾ ਕੌਣ ਬਣੇਗਾ, ਉਹਨੂੰ ਕਹਿੰਦੇ ਨੇ ਸਕਸੈਸਰ। ਜਿਵੇਂ ਰਾਜੇ ਤੋਂ ਬਾਅਦ ਅਗਲਾ ਰਾਜਾ ਕੌਣ ਬਣਦਾ? ਉਸ ਰਾਜ ਮਹਿਲ ਦਾ ਪ੍ਰਿੰਸ, ਠੀਕ ਹੈ? ਸੋ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਪ੍ਰਿੰਸ ਇਜ਼ ਦਾ ਸਕਸੈਸਰ ਆਫ ਦਿਸ ਥਰੋਨ। ਥਰੋਨ ਹੁੰਦਾ ਤਖਤ, ਸਿੰਘਾਸਨ, ਠੀਕ ਹੈ? ਨੈਕਸਟ ਹੈ ਇਨਫ, ਕਾਫੀ, ਠੀਕ ਹੈ? ਜਿਵੇਂ ਤੁਸੀਂ ਕਹਿਣਾ ਹੋਵੇ ਮੇਰੇ ਕੋਲ ਕਾਫੀ ਪੈਸਾ ਹੈ, ਤੁਸੀਂ ਕੀ ਕਹੋਗੇ? ਆਈ ਹੈਵ ਇਨਫ ਮਨੀ, ਓਕੇ? ਸੋ ਅਗਲਾ ਹੈ ਸਪਰੈਡ। ਸਪਰੈਡ ਹੁੰਦਾ ਵਿਛਾ ਦੇਣਾ, ਤੇ ਇੱਕ ਸਪਰੈਡ ਦਾ ਮਤਲਬ ਹੁੰਦਾ ਫੈਲ ਜਾਣਾ, ਠੀਕ ਹੈ? ਸੋ ਆਪਾਂ ਇਸ ਲੈਸਨ 'ਚ ਦੇਖਾਂਗੇ ਕਿ ਇਸ ਲੈਸਨ ਵਿੱਚ ਸਪਰੈਡ ਦਾ ਮਤਲਬ ਫੈਲ ਜਾਣਾ ਹੈ ਕਿ ਵਿਛਾ ਦੇਣਾ ਹੈ। ਜਿੱਥੋਂ ਤੱਕ ਮੈਨੂੰ ਲੱਗਦਾ ਇੱਥੇ ਇਹਦਾ ਮਤਲਬ ਹੋਏਗਾ ਫੈਲ ਜਾਣਾ, ਬਾਕੀ ਆਪਾਂ ਪੜਾਂਗੇ ਫਿਰ ਦੇਖਾਂਗੇ, ਓਕੇ? ਨੈਕਸਟ, ਪਲੀਜ਼ਡ। ਪਲੀਜ਼ਡ ਦਾ ਮਤਲਬ ਕੀ ਹੁੰਦਾ? ਨਹੀਂ, ਪਲੀਜ਼ਡ ਮਤਲਬ ਉਹ ਨਹੀਂ ਕਿ ਕਿਰਪਾ ਕਰਕੇ, ਇੱਥੇ ਪਲੀਜ਼ਡ ਹੈ, ਇਹਦਾ ਮਤਲਬ ਹੈ ਖੁਸ਼ ਹੋਇਆ, ਠੀਕ ਹੈ? ਦ ਕਿੰਗ ਪਲੀਜ਼ਡ, ਰਾਜਾ ਖੁਸ਼ ਹੋਇਆ। ਨੈਕਸਟ, ਮਿਨਿਸਟਰ, ਮੰਤਰੀ, ਠੀਕ ਹੈ? ਹੀ ਇਜ਼ ਦ ਚੀਫ ਮਿਨਿਸਟਰ। ਸੋ ਮਿਨਿਸਟਰ ਹੁੰਦਾ ਮੰਤਰੀ। ਓਕੇ, ਆਓ ਹੁਣ ਆਪਾਂ ਇਹ ਅੱਛੀ ਸਟੋਰੀ ਪੜ੍ਹਨੀ ਸ਼ੁਰੂ ਕਰਦੇ ਹਾਂ। ਲੈਟਸ ਸਟਾਰਟ। ਵਨਸ ਅਪਨ ਅ ਟਾਈਮ, ਇੱਕ ਵਾਰ ਦੀ ਗੱਲ ਹੈ, देयर वाज अ किंग, ਇੱਕ ਰਾਜਾ ਸੀ। ਹੀ ਹੈਡ 3 ਸਨਸ, ਉਸਦੇ 3 ਬੇਟੇ ਸਨ। ਦ ਕਿੰਗ ਵਾਜ਼ ਵੈਰੀ 올ਡ, ਰਾਜਾ ਬਹੁਤ ਬਜ਼ੁਰਗ ਸੀ। ਹੀ ਡਿਸਾਈਡਡ ਟੂ ਚੂਜ਼ ਵਨ ਆਫ ਹਿਸ ਸਨਸ ਐਜ਼ ਹਿਸ ਸਕਸੈਸਰ, ਉਸਨੇ ਆਪਣੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਚੁਣਨ ਦਾ ਫੈਸਲਾ ਕੀਤਾ, ਠੀਕ ਹੈ? ਉਸਨੇ ਫੈਸਲਾ ਕੀਤਾ ਕਿ ਹੁਣ ਮੈਂ ਬਜ਼ੁਰਗ ਹੋ ਗਿਆ, ਕਿ ਹੁਣ ਮੈਂ ਪਤਾ ਨਹੀਂ ਕਿੰਨੇ ਦਿਨ ਇਸ ਦੁਨੀਆ ਵਿੱਚ ਹੈਗਾ, ਮੇਰੇ ਤੋਂ ਬਾਅਦ ਅਗਲਾ ਰਾਜਾ ਕੌਣ ਬਣੇਗਾ, ਠੀਕ ਹੈ? ਉਹਨੂੰ ਆਪਾਂ ਕਹਿੰਦੇ ਆ ਸਕਸੈਸਰ। ਸੋ ਉਸਨੇ ਆਪਣਾ ਸਕਸੈਸਰ ਚੁਣਨ ਲਈ ਫੈਸਲਾ ਕੀਤਾ। ਕਿਹਦੇ ਚ ਚੁਣਨਾ ਸੀ? ਆਪਣੇ ਬੇਟਿਆਂ ਵਿੱਚੋਂ, ਓਕੇ? ਬਟ ਆਲ ਹਿਸ ਸਨਸ ਵਰ ਬ੍ਰੇਵ ਐਂਡ ਵਾਈਜ਼, ਪਰ ਉਸਦੇ ਸਾਰੇ ਹੀ ਪੁੱਤਰ ਬਹਾਦਰ ਸਨ ਤੇ ਵਾਈਜ਼ ਸਨ, ਯਾਨੀ ਸਿਆਣੇ ਸਨ, ਓਕੇ? ਸੋ ਹੀ ਵਾਸ ਅਨਏਬਲ ਟੂ ਡਿਸਾਈਡ, ਸੋ ਉਹ ਬੜਾ ਅਯੋਗ ਹੋ ਗਿਆ ਫੈਸਲਾ ਕਰਨ ਵਿੱਚ। ਅਨਏਬਲ ਆਪਾਂ ਦੇਖਿਆ ਸੀ ਨਾ, ਅਯੋਗ, ਤੇ ਡਿਸਾਈਡ ਫੈਸਲਾ ਕਰਨਾ। ਸੋ ਉਹਦੇ ਕੋਲ ਫੈਸਲਾ ਹੀ ਨਹੀਂ ਹੋ ਰਿਹਾ ਸੀ ਕਿ ਆਪਣਾ ਉੱਤਰਾਧਿਕਾਰੀ ਕਿਹਨੂੰ ਚੁਣਾ ਅਗਲੇ ਰਾਜੇ ਵਾਸਤੇ, ਕਿਉਂਕਿ ਸਾਰੇ ਹੀ ਬੜੇ ਬਰੇਵ ਸਨ ਤੇ ਸਾਰੇ ਬੜੇ ਸਿਆਣੇ ਸਨ। ਐਟ ਲਾਸਟ ਹੀ ਥੌਟ ਆਫ ਅ ਪਲਾਨ, ਅੰਤ ਉਸਨੇ ਇੱਕ ਯੋਜਨਾ ਬਣਾਈ, ਠੀਕ ਹੈ? ਥੌਟ ਆਫ ਅ ਪਲਾਨ ਦਾ ਮਤਲਬ ਹੁੰਦਾ ਯੋਜਨਾ ਬਣਾਈ। ਹੀ ਕਾਲਡ ਹਿਸ ਸਨਸ, ਉਹਨੇ ਆਪਣੇ ਸਾਰੇ ਬੱਚਿਆਂ ਨੂੰ ਬੁਲਾਇਆ। ਹੀ ਗੇਵ ਅ ਗੋਲਡ ਕੋਇਨ ਟੂ ਈਚ ਆਫ them, ਉਹਨੇ ਆਪਣੇ ਹਰ ਇੱਕ ਬੱਚੇ ਨੂੰ ਕੀ ਦਿੱਤਾ? ਗੋਲਡ ਕੋਇਨ, ਭਾਵ ਸੋਨੇ ਦਾ ਸਿੱਕਾ। He asked them to bring such things with the gold coins, ਉਸਨੇ ਆਪਣੇ ਬੱਚਿਆਂ ਨੂੰ ਕਿਹਾ
ਕਿ ਇਹਨਾਂ 골ਡ ਕੋਇਨਸ ਦੇ ਨਾਲ ਇਹੋ ਜੀਆਂ ਚੀਜ਼ਾਂ ਲੈ ਕੇ ਆਓ that can cover the whole space of a big room। ਹੋਲ ਹੁੰਦਾ ਸਾਰੀ, ਤੇ ਸਪੇਸ ਕੀ ਹੁੰਦੀ ਹੈ? ਜਗ੍ਹਾ। ਠੀਕ ਹੈ, ਕਿ ਇਹੋ ਜੀ ਇੱਕ ਚੀਜ਼ 골ਡ ਕੋਇਨ ਦੀ ਲੈ ਕੇ ਆਓ ਜਿਹਦੇ ਨਾਲ ਇੱਕ ਵੱਡੇ ਰੂਮ ਦੀ ਸਾਰੀ ਜਗ੍ਹਾ ਜਿਹੜੀ ਹੈ ਉਹ ਘਿਰ ਜਾਵੇ, ਕਵਰ ਹੋ ਜਾਵੇ। he gave 1 week for this task ਕੀ ਦੱਸਿਆ ਸੀ? ਕੰਮ, ਵਰਕ। ਠੀਕ ਹੈ, ਸੋ ਰਾਜੇ ਨੇ ਇੱਕ ਹਫਤਾ ਦਿੱਤਾ ਇਸ ਕੰਮ ਨੂੰ ਪੂਰਾ ਕਰਨ ਲਈ। all the 3 sons went in search of such things। ਹੁਣ ਤਿੰਨੋਂ ਬੇਟੇ ਇਹੋ ਜੀਆਂ ਚੀਜ਼ਾਂ ਦੀ ਭਾਲ ਵਿੱਚ ਚਲੇ ਗਏ। the first son bought cotton। ਸੋ ਹੁਣ ਇੱਕ ਲੜਕਾ ਕੀ ਲੈ ਕੇ ਆ ਗਿਆ? ਰੂੰ। ਠੀਕ ਹੈ, ਉਹਨੂੰ ਲੱਗਾ ਸੀ ਕਿ ਰੂੰ ਹਲਕੀ ਹੁੰਦੀ ਆ ਤੇ ਮੈਂ ਉਹਨੂੰ ਸਾਰੇ ਕਮਰੇ 'ਚ ਫੈਲਾ ਦਾਂਗਾ। he thought that it was light in weight। ਠੀਕ ਹੈ, ਉਹੀ ਗੱਲ ਆ ਗਈ, ਮੈਂ ਦੇਖੋ ਗੈਸ ਲਗਾਇਆ ਸੀ, ਮੇਰਾ ਗੈਸ ਠੀਕ ਹੋ ਗਿਆ। ਸੋ ਉਹਨੇ ਸੋਚਿਆ ਕਿ ਇਹ ਭਾਰ ਵਿੱਚ ਹਲਕੀ ਹੁੰਦੀ ਹੈ and would be enough to fill the whole space of the room। ਕਿ ਇਹ ਤਾਂ ਕਾਫੀ ਹੋਏਗੀ ਉਸ ਕਮਰੇ ਦੀ ਸਾਰੀ ਜਗ੍ਹਾ ਨੂੰ ਘੇਰਨ ਲਈ। the second son went to the city of grapes। ਜਿਹੜਾ ਦੂਜਾ ਲੜਕਾ ਸੀ ਉਹ ਅੰਗੂਰਾਂ ਵਾਲੇ ਸ਼ਹਿਰ ਵਿੱਚ ਚਲਾ ਗਿਆ। he bought grapes with his coin। ਉਸਨੇ ਆਪਣੇ ਸਿੱਕੇ ਦੇ ਨਾਲ ਅੰਗੂਰ ਖਰੀਦ ਲਏ। the third son was very wise। ਤੀਜਾ ਲੜਕਾ ਬੜਾ ਸਿਆਣਾ ਸੀ। he did not go very far। ਉਹ ਜ਼ਿਆਦਾ ਦੂਰ ਨਹੀਂ ਗਿਆ। far ਕੀ ਹੁੰਦਾ? ਦੂਰ। very far ਜ਼ਿਆਦਾ ਦੂਰ, ਬਹੁਤ ਦੂਰ। ਉਹ ਆਪਣੀ ਇੱਕ ਸੋਨੇ ਦੀ ਮੋਹਰ ਨੂੰ ਖਰਚਣ ਲਈ ਜ਼ਿਆਦਾ ਦੂਰ ਨਹੀਂ ਗਿਆ। after 1 week ਇੱਕ ਹਫਤੇ ਬਾਅਦ the king called his sons and the ministers in the court। ਇੱਕ ਹਫਤੇ ਬਾਅਦ ਰਾਜੇ ਨੇ ਆਪਣੇ ਬੱਚਿਆਂ ਨੂੰ ਅਤੇ ਆਪਣੇ ਮੰਤਰੀਆਂ ਨੂੰ ਦਰਬਾਰ ਦੇ ਵਿੱਚ ਬੁਲਾਇਆ। ਕੋਰਟ ਕੀ ਹੁੰਦਾ? ਦਰਬਾਰ। he went to the big room। ਉਹ ਵੱਡੇ ਕਮਰੇ ਵਿੱਚ ਗਿਆ। ਕਿਹਦੇ ਨਾਲ ਗਿਆ? with his 3 sons and the ministers। ਆਪਣੇ ਤਿੰਨੋਂ ਬੱਚਿਆਂ ਨਾਲ ਅਤੇ ਮਿਨਿਸਟਰਸ ਦੇ ਨਾਲ। the first son spread the cotton but it did not cover the whole space। ਪਹਿਲੇ ਲੜਕੇ ਨੇ ਸਾਰੀ ਕੋਟਨ ਜਿਹੜੀ ਸੀ ਵਿਛਾ ਦਿੱਤੀ, ਫੈਲਾ ਦਿੱਤੀ। ਠੀਕ ਹੈ, ਦੋਨੋਂ ਹੀ ਠੀਕ ਹੋ ਗਏ ਆਪਣੇ। ਸੋ ਸਪਰੈਡ ਦਾ ਮਤਲਬ ਵਿਛਾਣਾ, ਸਪਰੈਡ ਦਾ ਮਤਲਬ ਫੈਲਾਣਾ। ਸੋ ਉਸਨੇ ਆਪਣੀ ਸਾਰੀ ਕੋਟਨ ਜਿਹੜੀ ਸੀ ਉਹਨੂੰ ਫੈਲਾ ਦਿੱਤਾ ਪੂਰੇ ਕਮਰੇ ਵਿੱਚ, ਵਿਛਾ ਦਿੱਤਾ ਪੂਰੇ ਕਮਰੇ ਵਿੱਚ। ਬਟ ਇਟ ਡਿਡ ਨਾਟ ਕਵਰ ਦਾ ਹੋਲ ਸਪੇਸ। ਪਰ ਇਹ ਸਾਰੀ ਜਗ੍ਹਾ ਨੂੰ ਕਵਰ ਨਹੀਂ ਕਰ ਪਾਈ, ਢੱਕ ਨਹੀਂ ਪਾਈ। ਓਹੋ, ਵੈਰੀ ਬੈਡ। the second son spread the grapes but those two were not enough to cover the whole space। ਦੂਜੇ ਲੜਕੇ ਨੇ ਆਪਣੇ ਸਾਰੇ ਗ੍ਰੇਪਸ ਉਸ ਕਮਰੇ ਦੇ ਵਿੱਚ ਫੈਲਾ ਦਿੱਤੇ, ਸਪਰੈਡ ਕਰ ਦਿੱਤੇ, ਪਰ ਉਹ ਵੀ ਇਨਫ ਨਹੀਂ ਸਨ, ਕਾਫੀ ਨਹੀਂ ਸਨ ਕਿ ਉਹ ਉਸ ਪੂਰੀ ਜਗ੍ਹਾ ਨੂੰ ਢੱਕ ਸਕਣ। the third son asked the servants to shut the door and the windows of the room। ਤੀਜੇ ਲੜਕੇ ਨੇ ਨੌਕਰਾਂ ਨੂੰ ਕਿਹਾ ਕਿ ਉਹ ਇਸ ਰੂਮ ਦਾ ਦਰਵਾਜ਼ਾ ਅਤੇ ਖਿੜਕੀਆਂ ਬੰਦ ਕਰ ਦੇਣ। he lighted the candles which were brought by him with his gold coin। ਉਸਨੇ ਆਪਣੇ ਸੋਨੇ ਦੇ ਸਿੱਕੇ ਨਾਲ ਲਿਆਂਦੀਆਂ ਹੋਈਆਂ ਕੈਂਡਲਸ ਕੀ ਹੁੰਦੀਆਂ? ਯੈਸ, ਮੋਮਬੱਤੀਆਂ। ਠੀਕ ਹੈ, ਉਸਨੇ ਮੋਮਬੱਤੀਆਂ ਜਿਹੜੀਆਂ ਸੀ ਉਸ ਸੋਨੇ ਦੇ ਸਿੱਕੇ ਨਾਲ ਲੈ ਆਂਦੀਆਂ ਤੇ ਫਿਰ ਕੀ ਕੀਤਾ? ਸਾਰੇ ਕਮਰੇ ਵਿੱਚ ਹਨੇਰਾ ਕਰ ਦਿੱਤਾ ਤੇ ਅਲੱਗ-ਅਲੱਗ ਜਗ੍ਹਾ ਤੇ ਉਹ ਮੋਮਬੱਤੀਆਂ ਲਗਾ ਦਿੱਤੀਆਂ, ਉਹਨੂੰ ਲਾਈਟਡ ਕਰ ਦਿੱਤਾ, ਯਾਨੀ ਜਗਾ ਦਿੱਤੀਆਂ, ਜਲਾ ਦਿੱਤੀਆਂ। ਠੀਕ ਹੈ, ਫਿਰ ਕੀ ਹੋਇਆ? the whole room was filled with light। oh wow, ਸਾਰਾ ਦਾ ਸਾਰਾ ਕਮਰਾ ਰੋਸ਼ਨੀ ਦੇ ਨਾਲ ਭਰ ਗਿਆ। the king was very pleased with the third son। ਰਾਜਾ ਆਪਣੇ ਤੀਜੇ ਬੱਚੇ ਤੋਂ ਬਹੁਤ ਖੁਸ਼ ਹੋਇਆ। he announced him as the future king। ਸੋ ਉਸਨੇ ਆਪਣੇ ਤੀਜੇ ਬੱਚੇ ਨੂੰ ਭਵਿੱਖ ਦਾ ਰਾਜਾ ਅਨਾਉਂਸ ਕਰ ਦਿੱਤਾ, ਘੋਸ਼ਿਤ ਕਰ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਰਾਜਾ ਬਣੇਗਾ। ਓਕੇ, ਵਾਓ, ਮੈਨੂੰ ਤਾਂ ਬਹੁਤ ਮਜ਼ਾ ਆਇਆ ਸਟੋਰੀ ਪੜ੍ਹ ਕੇ। ਉਮੀਦ ਹੈ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ। ਮਜ਼ਾ ਤਾਂ ਬਹੁਤ ਆਇਆ, ਪਰ ਸਾਡੇ ਦਿਮਾਗ 'ਚ ਪਤਾ ਕੀ ਹੁੰਦਾ, ਅਸੀਂ ਥੋੜੀ ਦੇਰ ਬਾਅਦ ਹਰ ਚੀਜ਼ ਭੁੱਲ ਜਾਂਦੇ ਆ। ਆਓ ਹੁਣ ਕੁਝ ਐਸਾ ਕਰੀਏ ਕਿ ਸਾਨੂੰ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਯਾਦ ਹੋਵੇ। ਉਹਦੇ ਲਈ ਤਾਂ ਸਾਨੂੰ ਫਿਰ ਐਕਸਰਸਾਈਜ਼ ਕਰਨੀ ਪੈਣੀ। ਓਕੇ, ਸੋ ਆਓ ਅਸੀਂ ਹੁਣ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਲੈਟਸ ਆਨਸਰ। ਮੈਂ ਕੁਝ ਕੁਐਸਚਨਸ ਪੁੱਛਦਾ, ਤੁਸੀਂ ਉਹਦੇ ਆਨਸਰ ਕਰਨੇ ਨੇ। ਓਕੇ, ਮਾਈ ਫਰਸਟ ਕੁਐਸਚਨ ਇਜ਼ ਵਾਟ ਡਿਡ ਦ ਕਿੰਗ ਗਿਵ ਟੂ ਹਿਸ ਸਨਸ। ਰਾਜੇ ਨੇ ਆਪਣੇ ਬੱਚਿਆਂ ਨੂੰ ਕੀ ਦਿੱਤਾ ਸੀ? ਵੈਰੀ ਗੁੱਡ, ਉਹ ਸੀ 골ਡ ਕੋਇਨਸ। ਸੋ ਆਪਾਂ ਪੂਰਾ ਜਵਾਬ ਕਿੱਦਾਂ ਲਿਖਾਂਗੇ? ਦ ਕਿੰਗ ਗੇਵ ਟੂ ਹਿਸ ਸਨਸ। ਤੁਹਾਨੂੰ ਪਤਾ ਗੇਵ ਕਿਉਂ ਆਇਆ? ਉੱਤੇ ਤਾਂ ਗਿਵ ਲਿਖਿਆ ਸੀ, ਨੀਚੇ ਆਨਸਰ ਦੇ ਵਿੱਚ ਗੇਵ ਕਿਉਂ ਲਿਖਿਆ? ਕਿਉਂਕਿ ਗਿਵ ਫਰਸਟ ਫਾਰਮ ਤੇ ਗੇਵ ਸੈਕਿੰਡ ਫਾਰਮ। ਅੱਛਾ,
ਅੱਛਾ ਸੈਕਿੰਡ ਫਾਰਮ ਕਿਉਂ ਲੱਗੀ? ਕਿਉਂਕਿ ਕੁਐਸਚਨ ਦੇ ਵਿੱਚ ਧਿਆਨ ਨਾਲ ਦੇਖੋ ਡਿਡ ਲੱਗਿਆ। ਜੇ ਕੁਐਸਚਨ ਦੇ ਵਿੱਚ ਡਿਡ ਲੱਗਿਆ ਹੋਵੇ ਤਾਂ ਅਸੀਂ ਵਰਬ ਦੀ ਸੈਕਿੰਡ ਫਾਰਮ ਯੂਜ਼ ਕਰਾਂਗੇ ਆਨਸਰ ਦੇ ਵਿੱਚ, ਠੀਕ ਹੈ। ਸੋ ਇਹਦੇ ਵਿੱਚ ਫਰਸਟ ਫਾਰਮ ਕਿਹੜੀ ਹੈ? ਗਿਵ। ਸੈਕਿੰਡ ਫਾਰਮ ਕੀ ਹੋਏਗੀ? ਗੇਵ। ਥਰਡ ਫਾਰਮ ਗਿਵਨ। ਵੈਰੀ ਗੁੱਡ। ਸੋ ਆਨਸਰ ਕੀ ਆਏਗਾ? ਦ ਕਿੰਗ ਗੇਵ ਟੂ ਹਿਸ ਸਨਸ 1 gold coin each। ਈਚ ਮਤਲਬ ਕਿ ਹਰ ਇੱਕ ਨੂੰ ਇੱਕ ਇੱਕ ਕੋਇਨ ਦਿੱਤਾ। ਸੈਕਿੰਡ, what did the first son bring? ਪਹਿਲਾ ਲੜਕਾ ਕੀ ਲੈ ਕੇ ਆਇਆ ਸੀ? yes cotton, ਠੀਕ ਹੈ। ਸੋ ਇਹਦੇ ਵਿੱਚ ਵੀ ਦੇਖੀਏ did ਲੱਗਿਆ ਹੋਇਆ ਹੈ ਨਾ, ਤੇ bring ਫਰਸਟ ਫਾਰਮ ਲੱਗੀ ਹੈ। bring ਦੀ ਸੈਕਿੰਡ ਫਾਰਮ ਕੀ ਹੋਏਗੀ? brought। bring ਹੁੰਦਾ ਲੈ ਕੇ ਆਣਾ ਤੇ brought ਲੈ ਕੇ ਆਇਆ। ਸੋ ਆਨਸਰ ਕੀ ਆਏਗਾ? the first son brought cotton। okay। third, what did the second son bring? ਦੂਜਾ ਲੜਕਾ ਕੀ ਲੈ ਕੇ ਆਇਆ ਸੀ? answer, the second son brought the grapes। fourth, what did the third son bring? ਤੀਜਾ ਲੜਕਾ ਕੀ ਲੈ ਕੇ ਆਇਆ ਸੀ? the third son brought the candles। fifth question, who became the king? ਕੌਣ ਰਾਜਾ ਬਣਿਆ? the third son became the king। okay, ਇਹ ਹੋ ਗਏ ਕੁਐਸਚਨਸ। ਹੁਣ ਆਪਾਂ ਆਬਜੈਕਟਿਵ ਟਾਈਪ ਕੁਐਸਚਨਸ ਕਰਦੇ ਹਾਂ। ਸੋ ਇਹਦੇ ਵਿੱਚ ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ, ਤੁਸੀਂ ਉੱਥੇ ਟਿਕ ਕਰਨਾ ਹੋਏਗਾ। ਰੈਡੀ? ਫਰਸਟ, ਸੋ ਪਹਿਲਾ ਆਬਜੈਕਟਿਵ ਟਾਈਪ ਕੁਐਸਚਨ ਕੀ ਹੈ ਕਿ ਟਿਕ ਦਾ ਕਰੈਕਟ ਆਨਸਰ ਐਂਡ ਫਿਲ ਇਨ ਦਾ ਬਲੈਂਕਸ। ਸੋ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ? ਕਰੈਕਟ ਆਨਸਰ ਤੇ ਟਿਕ ਕਰ ਦੇਣਾ ਹੈ ਤੇ ਉਸ ਨੂੰ ਉਸ ਬਲੈਂਕ ਦੇ ਵਿੱਚ ਫਿਲ ਕਰ ਦੇਣਾ ਹੈ। ਰੈਡੀ? ਫਰਸਟ, ਦ ਕਿੰਗ ਹੈਡ ਡੈਸ਼। ਦ ਕਿੰਗ ਹੈਡ 3 sons। ਸੈਕਿੰਡ, ਦ ਕਿੰਗ ਗੇਵ ਡੈਸ਼ ਫॉर ਹਿਸ ਟਾਸਕ। ਕਿੰਨੀ ਦੇਰ ਦਿੱਤੀ ਸੀ ਉਹਨੇ ਟਾਸਕ ਵਾਸਤੇ? 1 week। ਸੈਕਿੰਡ ਦਾ ਕੀ ਆ ਜਾਏਗਾ? 1 week। Third, the dash son was very wise। The third son was very wise। Fourth, the whole room was filled with light। A, okay। Next, use the following words to frame sentences of your own। ਹੁਣ ਨੀਚੇ ਕੁਝ words ਦਿੱਤੇ ਹੋਏ ਨੇ ਤੇ ਇਹਦੇ ਆਪਾਂ sentences ਬਣਾਉਣੇ ਨੇ। First, ਕੀ ਹੈ? king। ਕੀ ਲਿਖਾਂਗੇ? The king was very old। ਰਾਜਾ ਬਹੁਤ ਬਜ਼ੁਰਗ ਸੀ। Second, ਕੀ ਹੈ? room। It is a big room ਜਾਂ this is our classroom। ਠੀਕ ਹੈ, ਕਿੰਨੇ ਤੁਸੀਂ ਬਣਾ ਸਕਦੇ ਹੋ ਮੈਨੂੰ ਪਤਾ ਹੈ। coin। coin ਕੀ ਹੁੰਦਾ? ਸਿੱਕਾ। This is a silver coin। ਠੀਕ ਹੈ, ਜਾਂ ਤੁਸੀਂ ਲਿਖ ਸਕਦੇ ਹੋ this is my coin, this is your coin। ਠੀਕ ਹੈ, this is 1 rupee coin। fourth, wise। ਸਿਆਣਾ। ਕੀ ਬਣਾਓਗੇ? be wise। ਸਿਆਣੇ ਬਣੋ and obey your parents। ਅਤੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨੋ। ਠੀਕ। next, vocabulary। vocabulary ਕੀ ਹੁੰਦਾ? ਸ਼ਬਦ ਗਿਆਨ। ਠੀਕ ਹੈ, ਤੁਹਾਨੂੰ ਨਵੇਂ ਸ਼ਬਦ ਜਿਹੜੇ ਆ ਉਹ ਚ ਸਿੱਖਣ ਨੂੰ ਮਿਲਦੇ ਆ। ਚਲੋ ਆਪਾਂ ਖੇੜੇ ਸਿੱਖਦੇ ਆ। ਸੋ ਆਪਾਂ ਪੜ੍ਹਦੇ ਆ ਕਹਿ ਰਿਹਾ ਕਰਨਾ ਕੀ ਹੈ। ਸੋ ਇਹ ਕਹਿ ਰਿਹਾ ਕਹਿੰਦਾ ਮੈਚ ਦਾ ਵਰਡਸ, ਕਿ A ਅਤੇ B ਦੇ ਸ਼ਬਦਾਂ ਨੂੰ ਆਪਸ ਵਿੱਚ ਮਿਲਾਓ। ਅੱਛਾ, ਕਿਦਾਂ? ਅੰਡਰ A with their antonyms। antonyms ਕੀ ਹੁੰਦੇ ਨੇ? opposites। ਠੀਕ ਹੈ, given under B। ਸੋ A ਦੇ ਜਿਹੜੇ opposites ਹੈ ਉਹ B ਦੇ ਵਿੱਚ ਦਿੱਤੇ ਹੋਏ ਨੇ, ਵਿਰੋਧੀ ਸ਼ਬਦ। ਠੀਕ। ਸੋ ਆਪਾਂ A ਨੂੰ B ਦੇ ਨਾਲ ਮਿਲਾਣਾ ਹੈ ਉਹਦੇ ਵਿਰੋਧੀ ਸ਼ਬਦਾਂ ਦੇ ਨਾਲ। same ਦਾ ਮਤਲਬ ਕੀ ਹੁੰਦਾ ਹੈ? ਇੱਕੋ ਜਿਹਾ। ਕੀ ਆਏਗਾ? ਨਾ opposite ਮਿਲਾਣਾ ਨਾ। ਹਾਂ ਬਿਲਕੁਲ ਠੀਕ। different। same ਦਾ ਕੀ ਆਏਗਾ? different। new ਨਵਾਂ। old ਪੁਰਾਣਾ। empty ਖਾਲੀ। full ਭਰਿਆ ਹੋਇਆ। small ਛੋਟਾ। big ਵੱਡਾ। fool ਮੂਰਖ। wise ਸਿਆਣਾ। uncover ਪਰਦਾ ਉਤਾਰ ਦੇਣਾ। cover ਕਿਸੇ ਨੂੰ ਢੱਕ ਦੇਣਾ। dark ਹਨੇਰਾ। light ਚਾਨਣ। open ਖੁੱਲਾ। close ਬੰਦ। ਓਕੇ ਜੀ, ਹੁਣ ਆਪਾਂ ਕੀ ਕਰਨਾ ਹੈ? look at the pictures given below and name them। ਹੁਣ ਹੇਠਾਂ ਕੁਝ ਪਿਕਚਰਸ ਦਿੱਤੀਆਂ ਹੋਈਆਂ, ਉਹਨਾਂ ਦੇ ਆਪਾਂ ਨਾਮ ਲਿਖਣੇ ਹਨ। ਸੋ ਸਭ ਤੋਂ ਪਹਿਲਾਂ ਕੀ ਹੈ? ਪੈਲੇਸ। ਠੀਕ ਹੈ, ਇੱਕ ਮਹਿਲ ਹੈ ਨਾ। ਉਸ ਤੋਂ ਬਾਅਦ ਕੀ ਹੈ? ਕਰਾਊਨ। ਫਿਰ ਕੀ ਹੈ? ਕੁਈਨ। ਨੈਕਸਟ ਕੀ ਹੈ? ਕੈਂਡਲ। ਠੀਕ। ਆ ਜਾਓ ਹੁਣ ਆਪਾਂ ਪਾਰਟਸ ਆਫ ਦ ਬੋਡੀ ਕਰਦੇ ਹਾਂ। ਠੀਕ। ਸੋ ਸਭ ਤੋਂ ਪਹਿਲਾਂ ਹੇਅਰ ਵਾਲ, ਫੋਰਹੈਡ ਮੱਥਾ, ਆਈ ਅੱਖ, ਈਅਰ ਕੰਨ, ਨੋਜ਼ ਨੱਕ, ਟੀਥ ਦੰਦ, ਮਾਊਥ ਮੂੰਹ, ਨੈਕ ਗਰਦਨ, ਸ਼ੋਲਡਰ ਮੋਢਾ, ਚੈਸਟ ਛਾਤੀ, ਐਲਬੋ ਕੂਹਣੀ, ਆਰਮ ਬਾਂਹ, ਫਿੰਗਰ ਉਂਗਲੀ, ਸਟਮਕ ਪੇਟ, हैंड हाथ,
ਲੈਗ ਲੱਤ, ਨੀ ਗੋਡਾ, ਫੁੱਟ ਪੈਰ, ਐਂਕਲ ਗਿੱਟਾ। ਓਕੇ ਜੀ, ਹੁਣ ਆਪਾਂ ਇੱਕ ਪਜ਼ਲ ਕਰਦੇ ਹਾਂ। ਸੋ ਇਹਦੇ ਵਿੱਚ ਅਸੀਂ ਜਿਹੜੇ ਬਾਡੀ ਪਾਰਟਸ ਹੈ ਉਸ ਨੂੰ ਐਨਸਰਕਲ ਕਰਨਾ ਹੈ, ਠੀਕ ਹੈ। ਇਹਨੂੰ ਕੀ ਕਹਿੰਦੇ ਆ, ਕ੍ਰੋਸਵਰਡ। ਸੋ ਆਪਾਂ ਪਹਿਲਾਂ ਪਹਿਲੀ ਲਾਈਨ ਚ ਦੇਖ ਦਿੰਦੇ ਆ। ਸੋ ਸੀ ਤੋਂ ਸ਼ੁਰੂ ਹੋ ਰਿਹਾ ਨਾ, CHEST, ਚੈਸਟ ਬਣ ਗਿਆ ਤਾਂ, ਠੀਕ ਹੈ। ਸੋ ਇੱਕ ਤਾਂ ਚੈਸਟ ਹੋ ਗਿਆ। ਸੋ ਇਹਦੇ ਆਖਿਰ ਵਿੱਚ ਦੇਖੋ EYE, ਆਈ ਅੱਖ ਬਣ ਗਿਆ, ਠੀਕ। ਅਗਲੀ ਲਾਈਨ ਇਸੇ ਤਰ੍ਹਾਂ ਦੇਖੋ, ਪਹਿਲਾਂ ਆਪਾਂ ਲੈਫਟ ਟੂ ਰਾਈਟ ਦੇਖਦੇ ਆ, ਫਿਰ ਉਸ ਤੋਂ ਬਾਅਦ ਹੋਰ ਤਰੀਕੇ ਨਾਲ ਦੇਖਾਂਗੇ। ਸੋ ਅਗਲੀ ਲਾਈਨ ਚ ਕੁਝ ਬਣ ਰਿਹਾ, ਯੈਸ। ਅਖੀਰ ਤੇ ਦੇਖੋ ਹੇਅਰ, HAIR, ਓਕੇ, ਵਾਲ। ਹੁਣ ਉਸ ਤੋਂ ਅਗਲੀ ਲਾਈਨ ਤੇ ਆ ਜਾਓ, ਲੈਗ, ਠੀਕ ਹੈ। ਥਰਡ ਦੇਖੋ LEG ਲਿਖਿਆ ਨਾ, ਲੈਗ ਬਣ ਗਿਆ। ਸੋ ਤੀਜੀ ਲਾਈਨ ਦੇ ਵਿੱਚ ਲੈਗ ਆ ਗਿਆ। ਉਸ ਤੋਂ ਬਾਅਦ ਅਗਲੀ ਲਾਈਨ ਚ ਦੇਖਦੇ ਆ, ਅਗਲੀ ਲਾਈਨ ਚ ਕੁਝ ਆ ਰਿਹਾ, ਯੈਸ, ਐਂਕਲ, A ਤੋਂ ਸ਼ੁਰੂ ਹੋ ਰਿਹਾ, ANKLE, ਐਂਕਲ। ਸੋ ਉਸ ਤੋਂ ਅਗਲੀ ਲਾਈਨ ਚ ਕੁਝ ਵੀ ਨਹੀਂ ਆ ਰਿਹਾ। ਸੈਕਿੰਡ ਲਾਸਟ ਲਾਈਨ ਚ ਦੇਖਦੇ ਆ, ਉਸ ਵਿੱਚ ਵੀ ਕੁਝ ਨਹੀਂ ਹੈਗਾ। ਲਾਸਟ ਲਾਈਨ ਚ ਦੇਖਦੇ ਆ, ਸੋ ਉਸ ਵਿੱਚ ਵੀ ਕੁਝ ਨਹੀਂ ਹੈਗਾ। ਸੋ ਹੁਣ ਆਪਾਂ ਉੱਪਰੋਂ ਦੀ ਥੱਲੇ ਦੇਖਦੇ ਆ। ਪਹਿਲੀ ਲਾਈਨ ਚ ਕੁਝ ਦਿਸਿਆ ਨਹੀਂ। ਸੈਕਿੰਡ ਚ ਦੇਖੋ, ਯੈਸ, ਫਿੰਗਰ, FINGER, ਠੀਕ। ਥਰਡ ਲਾਈਨ ਦੇਖੀਏ, ਥਰਡ ਲਾਈਨ ਦੇ ਵਿੱਚ ਹੈ ਐਲਬੋ, ELBOW, ਐਲਬੋ। ਫੋਰਥ ਲਾਈਨ ਨਹੀਂ, ਫਿਫਥ ਲਾਈਨ ਨਹੀਂ, ਸਿਕਸਥ ਲਾਈਨ ਯੈਸ, ਨੀ, KNEE, ਸੈਵਨਥ ਲਾਈਨ ਈਅਰ, ਠੀਕ ਹੈ, EAR, ਏਟਥ ਲਾਈਨ ਨਹੀਂ, ਨਾਈਨਥ ਲਾਈਨ ਯੈਸ, ਫੁੱਟ, FOOT, ਫੁੱਟ। ਸੋ ਇਸ ਤੋਂ ਬਿਨਾਂ ਵੀ ਜੇ ਤੁਹਾਨੂੰ ਹੋਰ ਲੱਭਦੇ ਆ ਤਾਂ ਤੁਸੀਂ ਜ਼ਰੂਰ ਉਹਨੂੰ ਲੱਭ ਕੇ ਆਪਣੀ ਬੁੱਕ ਤੇ ਉਹਨੂੰ ਐਨਸਰਕਲ ਕਰ ਸਕਦੇ ਹੋ। ਨੈਕਸਟ, ਲੈਂਗੁਏਜ ਕਾਰਨਰ। ਆਓ ਹੁਣ ਦੇਖੀਏ ਕਿ ਅਸੀਂ ਇੰਗਲਿਸ਼ ਭਾਸ਼ਾ ਵਿੱਚ ਹੋਰ ਕੀ ਕੁਝ ਸਿੱਖ ਸਕਦੇ ਹਾਂ। ਹੁਣ ਇੱਥੇ ਕੀ ਕਹਿ ਰਿਹਾ ਆਪਾਂ ਦੇਖਦੇ ਹਾਂ। ਪਿਕ ਆਊਟ ਦਾ ਨੇਮਿੰਗ ਵਰਡਸ ਫਰੋਮ ਦਾ ਪੈਸੇਜ ਐਂਡ ਰਾਈਟ them in the space given below। ਹੁਣ ਆਪਾਂ ਉਹ ਵਰਡਸ ਲੱਭਣੇ ਨੇ ਜਿਨ੍ਹਾਂ ਵਿੱਚ ਕਿਸੇ ਦਾ ਕੋਈ ਨਾਮ ਹੋਵੇ, ਠੀਕ ਹੈ। once a lion, ਇੱਕ ਵਾਰ ਇੱਕ ਸ਼ੇਰ, ਉਹਦਾ ਨਾਮ ਕਿਸੇ ਸ਼ੇਰਾ। the king of the jungle was sleeping near his cave, ਕਿ ਉਹ ਆਪਣੀ ਕੇਵ ਦੇ ਕੋਲ ਸੌ ਰਿਹਾ ਸੀ। ਸੋ ਪਹਿਲਾਂ ਅਸੀਂ ਇਸ ਲਾਈਨ 'ਚ ਦੇਖਦੇ ਹਾਂ ਕਿ ਕੋਈ ਨੇਮਿੰਗ ਵਰਡ ਆਏ ਨੇ। ਤੁਹਾਨੂੰ ਪਤਾ ਹੈ ਨਾਮ ਕੀ ਹੁੰਦੇ ਨੇ, ਪੜਨਾਮ ਕੀ ਹੁੰਦੇ ਨੇ? ਯੈਸ। ਸੋ ਨਾਮ ਉਹ ਹੁੰਦੇ ਨੇ ਜੋ ਕਿ ਕਿਸੇ ਦੇ ਨਾਮ ਲਈ ਵਰਤੇ ਜਾਂਦੇ ਹਨ, ਠੀਕ ਹੈ। ਜਿਵੇਂ ਮੇਰਾ ਨਾਮ ਹੈ ਪਰਮਜੋਤ, ਤੁਹਾਡਾ ਨਾਮ ਕੁਝ ਵੀ ਹੋ ਸਕਦਾ ਹੈ, ਠੀਕ। ਸੋ ਹਰ ਇੱਕ ਚੀਜ਼ ਦਾ ਦੁਨੀਆ ਦੇ ਵਿੱਚ ਨਾਮ ਹੈ, ਓਕੇ। ਕੁਝ ਆਮ ਨਾਮ ਹੁੰਦੇ ਨੇ ਤੇ ਕੁਝ ਖਾਸ ਨਾਮ ਹੁੰਦੇ ਨੇ। ਆਮ ਨਾਮ ਕੀ ਹੋ ਗਏ, ਜਿਵੇਂ ਲੜਕਾ, ਲੜਕੀ। ਪਰ ਹੁਣ ਉਸ ਲੜਕੇ ਦਾ ਕੋਈ ਖਾਸ ਨਾਮ ਵੀ ਤਾਂ ਹੋਏਗਾ ਨਾ। ਜਿਵੇਂ ਮੈਂ ਲੜਕਾ, ਮੇਰਾ ਨਾਮ ਕੀ ਹੈ, ਪਰਮਜੋਤ ਸਿੰਘ, ਠੀਕ। ਤੇ ਮੰਨ ਲਓ ਇੱਕ ਲੜਕੀ ਹੋਵੇ, ਉਹਦਾ ਨਾਮ ਕੀ ਹੋਏਗਾ, ਅਮਿੰਦਰਪ੍ਰੀਤ ਕੌਰ, ਠੀਕ। ਸੋ ਇਹ ਕੀ ਹੋਣਗੇ, ਖਾਸ ਨਾਮ। ਸੋ ਆਪਾਂ ਦੇਖਾਂਗੇ ਕਿ ਇਸ ਪੈਰੇ ਵਿੱਚ ਆਮ ਨਾਮ ਅਤੇ ਖਾਸ ਨਾਮ ਕਿਹੜੇ-ਕਿਹੜੇ ਆਏ ਹਨ। ਸੋ ਲਾਇਨ, ਹਨਾ, ਲਾਇਨ ਕੀ ਹੋ ਗਿਆ, ਆਮ ਨਾਮ, ਕਾਮਨ ਨਾਉਨ। ਸੋ ਲਾਇਨ ਲਿਖ ਦੋ। ਉਸ ਤੋਂ ਬਾਅਦ ਉਹਦਾ ਖਾਸ ਨਾਮ ਕੀ ਆਇਆ, ਸ਼ੇਰਾ। ਸੋ ਸ਼ੇਰਾ ਲਿਖ ਦੋ। ਸੋ ਉਸ ਤੋਂ ਬਾਅਦ ਕਾਮਨ ਨਾਉਨ ਕੀ ਆਇਆ, ਕਿੰਗ, ਠੀਕ ਹੈ, ਰਾਜਾ। ਫਿਰ ਕੀ ਆਇਆ, ਜੰਗਲ। ਫਿਰ ਕੀ ਆਇਆ, ਕੇਵ, ਹਨਾ, ਗੁਫਾ। ਇਹ ਸਾਰੇ ਕੀ ਹੋ ਗਏ, ਆਮ ਨਾਮ। ਉਸ ਤੋਂ ਬਾਅਦ ਮਾਊਸ, ਮਾਊਸ ਵੀ ਇੱਕ ਕਾਮਨ ਨਾਉਨ ਹੋ ਗਿਆ, ਠੀਕ। ਮਿਕੀ ਡਿਸਟਰਬਡ ਹਿਸ ਸਲੀਪ, ਕਿ ਉਸ ਜੰਗਲ ਵਿੱਚ ਇੱਕ ਚੂਹਾ ਜਿਹਦਾ ਨਾਮ ਸੀ ਮਿਕੀ, ਉਸ ਨੇ ਸ਼ੇਰ ਨੂੰ ਸੌਣ ਵੇਲੇ ਡਿਸਟਰਬ ਕੀਤਾ। ਸੋ ਇਸ ਲਾਈਨ ਵਿੱਚ ਕਿਹੜੇ-ਕਿਹੜੇ ਆਏ ਨੇ, ਮਾਊਸ, ਮਿਕੀ ਤੇ ਸਲੀਪ। ਸਲੀਪ ਵੀ ਇੱਕ ਨਾਉਨ ਹੈ, ਠੀਕ ਹੈ। ਸੋ ਇੱਥੇ ਸਲੀਪ ਇੱਕ ਨਾਉਨ ਹੈ ਕਿ ਉਸ ਦੇ ਸੌਣ ਨੂੰ, ਜਿਹੜਾ ਉਹ ਕੰਮ ਕਰ ਰਿਹਾ ਸੀ, ਉਹਨੂੰ ਆਪਾਂ ਇੱਕ ਨਾਮ ਦੇਤਾ। ਕੀ ਨਾਮ ਦਿੱਤਾ, ਸਲੀਪ, ਕਿ ਉਸ ਦੇ ਸੌਣ ਨੂੰ ਉਸਨੇ ਡਿਸਟਰਬ ਕੀਤਾ। ਸੋ ਇਹਦੇ ਵਿੱਚ ਕਿਹੜਾ ਆ ਜਾਏਗਾ, ਮਾਊਸ, ਮਿਕੀ ਤੇ ਸਲੀਪ। ਅੱਗੇ, ਸ਼ੇਰਾ ਵਾਸ ਐਂਗਰੀ, ਸ਼ੇਰਾ ਹੁਣ ਗੁੱਸੇ ਵਿੱਚ ਆ ਗਿਆ ਸੀ। ਹੀ ਕੌਟ ਮਿਕੀ, ਉਸਨੇ ਮਿਕੀ ਨੂੰ ਫੜ ਲਿਆ। ਦਾ ਮਾਊਸ ਰਿਕੁਐਸਟਡ ਹਿਮ ਟੂ ਸਪੇਅਰ ਹਿਸ ਲਾਈਫ, ਮਾਊਸ ਨੇ ਸ਼ੇਰ ਨੂੰ ਪ੍ਰਾਰਥਨਾ ਕੀਤੀ ਕਿ ਉਸ ਦੀ ਜਾਨ ਉਹ ਛੱਡ ਦੇਵੇ, ਉਸ ਦੀ ਜ਼ਿੰਦਗੀ ਬਖਸ਼ ਦੇਵੇ। ਦਾ ਲਾਇਨ ਅਗਰੀਡ, ਲਾਇਨ ਜਿਹੜਾ ਸੀ ਉਹ ਸਹਿਮਤ ਹੋ ਗਿਆ ਚੂਹੇ ਦੀ ਗੱਲ ਨਾਲ, ਕਹਿੰਦਾ ਚੱਲ ਠੀਕ ਹੈ ਯਾਰ, ਤੈਨੂੰ ਮਾਰ ਕੇ ਕੀ ਮਿਲਣਾ, ਤੇਰੀ ਮੈਂ ਜ਼ਿੰਦਗੀ ਛੱਡ ਦੇਣਾ। ਆਫਟਰ ਅ ਫਿਊ ਡੇਜ਼, ਕੁਝ ਦਿਨਾਂ ਬਾਅਦ, ਸ਼ੇਰਾ ਵਾਸ ਕੌਟ ਬਾਈ ਸਮ ਹੰਟਰਸ ਇਨ ਅ ਨੈਟ। ਹੁਣ ਇਹਦੇ ਵਿੱਚ ਕੁਝ ਨਵੇਂ ਨਾਮ ਆਏ ਆ, ਹਨਾ, ਕਿ ਸ਼ੇਰਾ ਕੁਝ ਸ਼ਿਕਾਰੀਆਂ ਦੁਆਰਾ ਜਾਲ ਦੇ ਵਿੱਚ ਪਾ ਕੇ ਫੜ ਲਿਆ ਗਿਆ। ਸੋ ਨਾਮ ਕਿਹੜੇ-ਕਿਹੜੇ ਆਏ, ਇੱਕ ਤਾਂ ਆਇਆ ਹੰਟਰਸ, ਸ਼ਿਕਾਰੀ। ਦੂਸਰਾ ਕੀ ਆਇਆ, ਨੈਟ,
ਜਾਲ। ਠੀਕ, ਮਿੱਕੀ ਕੇਮ ਟੂ ਹਿਜ਼ ਹੈਲਪ, ਮਿੱਕੀ ਉਸ ਦੀ ਹੈਲਪ ਵਾਸਤੇ ਆਇਆ। ਸੋ ਇੱਥੇ ਹੈਲਪ ਵੀ ਜਿਹੜਾ ਹੈ ਉਹ ਇੱਕ ਨਾਉਨ ਹੈ ਕਿ ਮਿੱਕੀ ਜਿਹੜੇ ਕੰਮ ਕਰਨ ਲਈ ਆਇਆ ਉਸ ਕੰਮ ਨੂੰ ਕੀ ਨਾਮ ਦਿੱਤਾ ਗਿਆ? ਹੈਲਪ। ਓਕੇ, ਸੋ ਹੀ ਕੱਟ ਦ ਰੋਪ, ਉਸ ਨੇ ਰੋਪ ਨੂੰ ਕੱਟ ਦਿੱਤਾ। ਰੋਪ ਕਿਹਦੀ ਸੀ? ਉਸ ਜਾਲ ਦੀ। ਵਿਦ ਹਿਜ਼ ਸ਼ਾਰਪ ਟੀਥ, ਆਪਣੇ ਤੇਜ਼ ਦੰਦਾਂ ਦੇ ਨਾਲ। ਸੋ ਇੱਥੇ ਇੱਕ ਹੋਰ ਵਰਡ ਆਇਆ ਜੋ ਕਿ ਕਿਸੇ ਚੀਜ਼ ਦਾ ਨਾਮ ਹੈ ਜਿਹਦੇ ਨਾਲ ਅਸੀਂ ਖਾਂਦੇ ਹਾਂ। ਕਿਹਦੇ ਨਾਲ ਖਾਂਦੇ ਹਾਂ? ਟੀਥ ਦੇ ਨਾਲ। ਸੋ ਟੀਥ ਕੀ ਹੋ ਗਿਆ? ਨਾਉਨ। ਦ ਲਾਇਨ ਵਾਜ਼ ਸੈਟ ਫ੍ਰੀ, ਲਾਇਨ ਨੂੰ ਜਿਹੜਾ ਸੀ ਹੁਣ ਫ੍ਰੀ ਕਰ ਦਿੱਤਾ ਗਿਆ। ਸੋ ਅਗਲਾ ਨਾਉਨ ਕਿਹੜਾ ਆ ਗਿਆ? ਫ੍ਰੀ। ਕਿ ਲਾਇਨ ਦਾ ਹੁਣ ਜਿਹੜਾ ਸਟੇਟਸ ਸੀ ਉਹ ਕਿਹੜਾ ਸੀ? ਕਿ ਉਹ ਹੁਣ ਫ੍ਰੀ ਸੀ। ਉਸ ਸਟੇਟਸ ਦਾ ਨਾਮ ਕੀ ਸੀ? ਫ੍ਰੀ। ਸੋ ਇਹ ਵੀ ਇੱਕ ਨਾਉਨ ਹੈ। ਬੋਥ became friends, दोनों दोस्त बन गए। सो फ्रेंड्स भी की हो गया? नाउन। ठीक है, आम नाम हो गया ना, कॉमन नाउन। सो फ्रेंड्स भी एक नाउन हो गया। सच वर्ड्स आर कॉल्ड नाउन्स, अजिहे शब्दां ਨੂੰ ਆਪਾਂ ਕੀ ਕਹਿੰਦੇ ਆ? ਨਾउन्स। ਨੈਕਸਟ, ਐਨਸਰਕਲ ਦਾ ਨੇਮਿੰਗ ਵਰਡਸ। ਨੀਚੇ ਕੁਝ ਸ਼ਬਦ ਦਿੱਤੇ ਹੋਏ ਨੇ, ਇਹਨਾਂ ਵਿੱਚੋਂ ਜਿਹੜੇ ਨੇਮਿੰਗ ਵਰਡਸ ਆ ਜਿਨ੍ਹਾਂ ਦੇ ਨਾਮ ਹਨ ਉਹਨਾਂ ਨੂੰ ਆਪਾਂ ਐਨਸਰਕਲ ਕਰਨਾ, ਭਾਵ ਉੱਤੇ ਗੋਲਾ ਲਗਾਉਣਾ। ਠੀਕ, ਸੋ ਸਭ ਤੋਂ ਪਹਿਲਾਂ ਕਿੰਗ, ਹਾਂਜੀ ਨੇਮਿੰਗ ਵਰਡ ਹੈ। ਕਾਟਨ ਬਿਲਕੁਲ ਨੇਮਿੰਗ वर्ड है। रूम नेमिंग वर्ड हो गया। कैंडल्स नेमिंग वर्ड। अप्रैल किसी महीने का नाम है। हरमन भी नाम हो गया। ग्रेप्स भी नाम हो गया, आफ्टर नाम नहीं है ना। सन ये भी एक नाम हो गया। नेक्स्ट, लिसन स्पीक एंड एंजॉय। हुण कमांड्स तुहानूं मैं दवांगा, तुसीं उहनूं सुनना है, बोलण दी कोशिश करनी है ते आनंद माणना। सो मेरे पीछे पीछे बोलना। बी रेडी, डू नॉट पुश। डू नॉट पुश की हुंदा? धक्का ना मारो। ब्रिंग योर नोटबुक, ब्रिंग योर नोटबुक होंदा अपनी कापी लेके आओ। ठीक है, नोटबुक लेके आओ। डू योर वर्क नीटली, वेरी गुड, अपना काम साफ साफ करो। चलो ਅਸੀਂ ਹੁਣ ਇੱਕ ਰਾਈਮ ਕਰੀਏ। ਚਲੋ ਅਸੀਂ ਨੂੰ ਥੋੜਾ ਜਿਹਾ ਗਾ ਕੇ ਕਰਦੇ ਹਾਂ। ਠੀਕ ਹੈ, ਫਿਰ ਇਹਦਾ ਮੀਨਿੰਗ ਦੇਖਾਂਗੇ। I wish I were a bird, I wish I were a bird, I would fly so high and touch the sky. I wish I were a bird, I would sing all day and make my own way. ओके, सो ਇਹ ਸੀ ਸਾਡੀ ਰਾਈਮ ਕਿ ਕਾਸ਼ ਮੈਂ ਪੰਛੀ ਹੁੰਦਾ। ਆਈ ਵਿਸ਼ ਆਈ ਵਰ ਅ ਬਰਡ, ਆਈ ਵੁੱਡ ਫਲਾਈ ਸੋ ਹਾਈ, ਤਾਂ ਮੈਂ ਬਹੁਤ ਉੱਚੀ ਉੱਡਦਾ। ਐਂਡ ਟੱਚ ਦ ਸਕਾਈ, ਤੇ ਅਸਮਾਨ ਨੂੰ ਛੂ ਲੈਂਦਾ। ਆਈ ਵਿਸ਼ ਆਈ ਵਰ ਅ ਬਰਡ, ਆਈ ਵੁੱਡ ਸਿੰਗ ਆਲ ਡੇ, ਮੈਂ ਸਾਰਾ ਦਿਨ ਗਾਉਂਦਾ। ਐਂਡ ਮੇਕ ਮਾਈ ਓਨ ਵੇ, ਅਤੇ ਆਪਣਾ ਰਸਤਾ ਆਪ ਬਣਾਉਂਦਾ, ਭਾਵ ਆਪਣੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦਾ। ਓਕੇ ਜੀ, ਹੁਣ ਕੁਝ ਰੀਡਿੰਗ ਪ੍ਰੈਕਟਿਸ ਕਰਦੇ ਹਾਂ। ਉਹਦੇ ਵਿੱਚ ਆਪਾਂ ਦੇਖਾਂਗੇ ਹੋਮੋਫੋਨਸ। ਹੋਮੋਫੋਨਸ ਪਤਾ ਕਿਹੜੇ ਹੁੰਦੇ ਨੇ? ਜਿਨ੍ਹਾਂ ਦੀ ਸਾਊਂਡ ਸਿਮਿਲਰ ਹੁੰਦੀ ਹੈ ਪਰ ਉਹਨਾਂ ਦੇ ਮੀਨਿੰਗ ਤੇ ਉਹਨਾਂ ਦੇ ਸਪੈਲਿੰਗਸ ਅਲੱਗ ਹੁੰਦੇ ਨੇ। ਓਕੇ, ਦੇਖਦੇ ਹਾਂ ਕਿਹੜੇ ਕਿਹੜੇ ਨੇ। ਸੋ ਪਹਿਲਾ ਹੈ ਸਨ, SUN। ਸੋ ਇਹਦਾ ਮਤਲਬ ਕੀ ਹੁੰਦਾ ਹੈ? ਧੁੱਪ। ਜੇ S ਇੱਥੇ ਵੱਡਾ ਹੁੰਦਾ, ਕੈਪੀਟਲ ਹੁੰਦਾ, ਤੇ ਉਹਦਾ ਮਤਲਬ ਹੋਣਾ ਸੀ ਸੂਰਜ। ਠੀਕ, ਸੋ ਇੱਥੇ ਸਨ ਦਾ ਮਤਲਬ ਕੀ ਹੈ? ਧੁੱਪ। ਸੋ ਇਹਦਾ ਇੱਕ ਸੈਂਟੈਂਸ ਵੀ ਫਰੇਮ ਕਰ ਦਿੰਦੇ ਆ। ਕੀ ਹੋਏਗਾ? ਦ ਸਨ ਇਜ਼ ਹੌਟ, ਸੂਰਜ ਗਰਮ ਹੈ। ਸੈਕਿੰਡ ਕੀ ਹੈ ਇਹਦਾ? SON। ठीक है, सन की ਹੁੰਦਾ? लड़का, बेटा। के he has 3 sons, उसके 3 लड़के ਹਨ। सो सेकंड की आ गया I, यानी मैं, ਤੇ ਦੂਜਾ I ਕਿਹੜਾ? ਅੱਖ। ਸੋ I ਦਾ ਵਾਕ ਕੀ ਬਣਾਵਾਂਗੇ? I am a boy, I am a girl, I am a teacher, I am going to school। ਓਕੇ, ਸੋ ਇਦਾਂ ਕੁਝ ਵੀ ਤੁਸੀਂ ਬਣਾ ਸਕਦੇ ਹੋ। ਦੂਸਰਾ ਕੀ ਹੈ? I, ਠੀਕ ਹੈ, EYE। she has beautiful eyes, ਉਸ ਦੀਆਂ ਅੱਖਾਂ ਸੋਹਣੀਆਂ ਹਨ। ਥਰਡ, eight। ਏਟ ਕੀ ਹੁੰਦਾ? ਖਾਦਾ। ਸੋ ਇਹਦੀ ਫਰਸਟ ਫਾਰਮ ਕੀ ਹੁੰਦੀ ਹੈ? ਈਟ, ਖਾਣਾ। ਸੋ ਸੈਕਿੰਡ ਫਾਰਮ ਇੱਥੇ ਲਿਖੀ ਹੈ ਏਟ, ਯਾਨੀ ਖਾਦਾ। ਉਹਦੇ ਨਾਲ ਦਾ ਮਿਲਦਾ ਜੁਲਦਾ ਵਰਡ ਕਿਹੜਾ ਹੈ? ਏਟ, EIGHT। ਸੋ ਦੋਨੋਂ ਦੀ ਪ੍ਰੋਨਾਂਸੀਏਸ਼ਨ ਤਕਰੀਬਨ ਸੇਮ ਹੈ। ਸੋ ਪਹਿਲੇ ਦਾ ਮਤਲਬ ਹੈ ਏਟ, ਯਾਨੀ ਖਾਦਾ। I ate the meal, I ate grapes, I ate an apple। ਅਗਲਾ ਕੀ ਹੈ? ਏਟ,
I have 8 mangoes. Okay. Fourth, tail, T-A-L-E. Second ਕੀ ਹੈ T-A-I-L. So T-A-L-E ਦਾ ਮਤਲਬ ਹੁੰਦਾ ਕਹਾਣੀ ਤੇ T-A-I-L ਦਾ ਮਤਲਬ ਕੀ ਹੁੰਦਾ ਪੂੰਛ. Okay. So ਪਹਿਲੇ ਦਾ ਅਸੀਂ ਕੀ ਵਾਕ ਬਣਾਵਾਂਗੇ? It is an interesting tale. Okay. So ਇਹ ਇੱਕ ਬੜੀ interesting tale ਹੈ. It is a beautiful tale. ਠੀਕ ਹੈ. ਤੇ T-A-I-L, the animals have tails. ਕਿ ਜਾਨਵਰਾਂ ਦੀਆਂ ਪੂੰਛਾਂ ਹੁੰਦੀਆਂ ਹਨ. Okay. Next ਕੀ ਹੈ weak, W-E-E-K. ਤੇ ਦੂਸਰਾ ਕੀ ਹੈ W-E-A-K. ਸੋ ਜਿਹਦੇ ਵਿੱਚ 2 E ਲੱਗੇ ਹੋਣ ਉਹ ਤਾਂ ਕਮਜ਼ੋਰ ਨਹੀਂ ਹੋਏਗਾ ਹਨਾ, ਤੇ ਜਿਹਦੇ ਵਿੱਚ ਇਕੱਲਾ E ਲੱਗਿਆ ਹੋਗਾ ਉਹ ਥੋੜਾ ਕਮਜ਼ੋਰ ਹੋਏਗਾ. ਸੋ ਨੀਚਲਾ ਵੀਕ ਜਿਹਦੇ ਵਿੱਚ 1 E ਲੱਗਿਆ ਉਹਦਾ ਮਤਲਬ ਕੀ ਹੈ ਕਮਜ਼ੋਰ, ਤੇ ਉੱਪਰਲਾ ਜਿਹਦੇ ਵਿੱਚ 2 E ਲੱਗੇ ਹੋਏ ਨੇ ਉਹ ਕੀ ਹੈ ਹਫਤਾ. ਠੀਕ ਹੈ, ਵੀਕ ਹਫਤਾ. ਸੋ ਆਪਾਂ ਲਿਖਾਂਗੇ there are 7 days in a week. ਤੇ ਦੂਸਰਾ ਵੀਕ ਕਿੱਦਾਂ ਬਣਾਵਾਂਗੇ? he is so weak. ਉਹ ਬਹੁਤ ਕਮਜ਼ੋਰ ਹੈ. ਨੈਕਸਟ ਸੈਲ, ਸੈਲ C-E-L-L, ਸੈਲ ਜਿਹੜੇ ਕਿ ਅਸੀਂ ਕੜੀ ਵਿੱਚ ਪਾਉਂਦੇ ਆ. ਠੀਕ ਹੈ, ਤੇ S-E-L-L, ਸੈਲ ਦਾ ਮਤਲਬ ਵੇਚਣਾ. ਠੀਕ. ਸੋ ਪਹਿਲੇ ਦਾ ਕੀ ਬਣਾਵਾਂਗੇ? I bought, ਮੈਂ ਖਰੀਦੇ 2 cells for my TV remote. ਮੈਂ ਆਪਣੇ ਟੀਵੀ ਰਿਮੋਟ ਲਈ 2 cells ਖਰੀਦੇ. ਤੇ S-E-L-L, ਸੈਲ ਮਤਲਬ ਵੇਚਣਾ. sell your old car, ਆਪਣੀ ਪੁਰਾਣੀ ਕਾਰ ਵੇਚੋ. 7th hair, H-A-I-R, ਕੀ ਹੁੰਦਾ ਵਾਲ, ਤੇ H-A-R-E ਯਾਨੀ ਖਰਗੋਸ਼. ਸੋ ਪਹਿਲੇ ਦਾ ਕੀ ਬਣਾਵਾਂਗੇ? you have beautiful hair. Okay. ਤੇ ਦੂਜਾ ਖਰਗੋਸ਼ ਦਾ ਕੀ ਬਣਾਵਾਂਗੇ? the hare runs very fast, ਕਿ ਖਰਗੋਸ਼ ਬਹੁਤ ਤੇਜ਼ ਭੱਜਦਾ ਹੈ. ਨੈਕਸਟ dear, D-E-A-R ਯਾਨੀ ਪਿਆਰਾ. he is very dear to me, ਉਹ ਮੈਨੂੰ ਬਹੁਤ ਪਿਆਰਾ ਹੈ. ਤੇ ਦੂਸਰਾ ਕੀ ਹੈ? D-E-E-R ਯਾਨੀ ਹਿਰਨ. the deer lives in the jungle, ਹਿਰਨ ਜੰਗਲ ਵਿੱਚ ਰਹਿੰਦਾ ਹੈ. ਨੈਕਸਟ 6th ਹੈ ਰਾਈਟਿੰਗ ਡੈਸਕ. ਹੁਣ ਆਪਾਂ ਇਹਦੇ ਵਿੱਚ ਕੁਝ ਲਿਖਦੇ ਹਾਂ. ਰਾਈਟ ਡਾਊਨ what is being done. ਹੁਣ ਆਪਾਂ ਨੀਚੇ ਲਿਖਣਾ ਹੈ ਕਿ ਇਹਨਾਂ ਪਿਕਚਰਸ ਵਿੱਚ ਕੀ ਹੋ ਰਿਹਾ ਹੈ. ਸੋ ਸਭ ਤੋਂ ਪਹਿਲਾਂ ਕੀ ਹੋਇਆ? ਉੱਠਣ ਦਾ ਕੰਮ ਹਨਾ. ਸੋ ਕੀ ਹੋਇਆ? waking up, ਉੱਠਣਾ. ਠੀਕ ਹੈ. ਉਸ ਤੋਂ ਬਾਅਦ ਕੀ ਹੋ ਰਿਹਾ? brushing, ਫਿਰ bathing, ਨਹਾਣਾ, ਫਿਰ going to school, study, washing hands, eating, praying, value I learned. ਸੋ ਇਸ ਕਹਾਣੀ ਤੋਂ ਸਾਨੂੰ ਅੱਛੀ ਗੱਲ ਕਿਹੜੀ ਸਿੱਖਣ ਨੂੰ ਮਿਲੇ? ਉਹ ਹੈ always spend money wisely, ਕਿ ਸਾਨੂੰ ਪੈਸਾ ਹਮੇਸ਼ਾ ਸੋਚ ਸਮਝ ਕੇ ਸਿਆਣਪ ਦੇ ਨਾਲ ਖਰਚ ਕਰਨਾ ਚਾਹੀਦਾ ਹੈ. ਸੋ ਲਾਸਟ ਮੈਸੇਜ ਕੀ ਹੈ? think over it, ਇਹਨੂੰ ਸੋਚੋ. ਕਿਸ ਚੀਜ਼ ਨੂੰ? wisdom is better than strength. wisdom ਕੀ ਹੁੰਦੀ ਹੈ? ਸਿਆਣਪ. strength ਹੁੰਦੀ ਹੈ ਤਾਕਤ, ਕਿ ਸਿਆਣਪ ਸਰੀਰਕ ਤਾਕਤ ਨਾਲੋਂ ਜ਼ਿਆਦਾ ਅੱਛੀ ਹੁੰਦੀ ਹੈ.